ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੈ, ਜਿਸ ਦੇ ਲਈ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦਿਆਂ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ ਉਹਨਾਂ ਦੀ ਬਾਣੀ ਦੇ ਸਦਾਚਾਰਕ ਪੱਖ ਦੇ ਉੱਤੇ। ਸੰਨ 2021 ਦਾ ਵਰ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਨਾਨਕ ਜੋਤ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸਮਰਪਿਤ ਰਿਹਾ ਹੈ, ਜਿਸ ਦੇ ਤਹਿਤ ਦੁਨੀਆ ਭਰ ਵਿੱਚ ਬੈਠੀ ਸਿੱਖ ਸੰਗਤ ਨੇ ਉਹਨਾਂ ਦੀ ਬਾਣੀ ਦਾ ਕੀਰਤਨ, ਵਿਚਾਰ ਗੋਸ਼ਟੀਆਂ, ਸਮੇਲਨਾਂ ਆਦਿ ਵੱਲ ਵੱਖ-ਵੱਖ ਸਾਧਨਾਂ ਦੇ ਰਾਹੀਂ ਉਹਨਾਂ ਦਾ ਸੰਦੇਸ਼ ਘਰ ਘਰ ਪੁੱਜਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਅੱਜ ਦੀ ਗੱਲਬਾਤ ਹੈ ਜਿਹੜੀ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕਰਾਂਗੇ। ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਮੀਰੀ ਪੀਰੀ ਦੇ ਮਾਲਕ 6ਵੀਂ ਨਾਨਕ ਜੋਤ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੀ ਗ੍ਰਹਿ ਵਿਖੇ ਅੰਮ੍ਰਿਤਸਰ ਵਿੱਚ ਅਪ੍ਰੈਲ 1621 ਨੂੰ ਹੋਇਆ। 1 ਅਪ੍ਰੈਲ ਨੂੰ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਬਾਰੇ ਭਾਈ ਗੁਰਦਾਸ ਨੇ ਫਰਮਾਇਆ ਹੈ ਕਿ ਛਟਮ ਪੀਰ ਬੈਠਾ ਗੁਰ ਭਾਰੀ ਅਤੇ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਉਹਨਾਂ ਨੇ ਅਧਿਆਤਮਿਕਤਾ ਅਤੇ ਸੰਸਾਰਿਕਤਾ, ਸੰਤ ਅਤੇ ਸਿਪਾਹੀ, ਮੀਰੀ ਅਤੇ ਪੀਰੀ ਦੀ ਇਕਸੁਰਤਾ ਵਾਲੇ ਗੁਰਮਤਿ ਫਲਸਫੇ ਦਾ ਅਮਲੀ ਪ੍ਰਕਾਸ਼ਨ ਕੀਤਾ। ਇਸ ਇਕਸੁਰਤਾ ਦੀਆਂ ਪ੍ਰਤੀਕ 2 ਤਲਵਾਰਾਂ ਪਹਿਨੀਆਂ। ਅਧਿਆਤਮਿਕਤਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਦੁਨਿਆਵੀ ਮਸਲਿਆਂ ਦੇ ਸੁਲਝਾਅ ਲਈ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਉਹਨਾਂ ਨੇ ਬਾਲਕ ਤਿਆਗ ਮਲ ਦੀ ਹਰ ਤਰ੍ਹਾਂ ਦੀ ਸਿੱਖਿਆ ਦਾ ਉਚੇਚਾ ਪ੍ਰਬੰਧ ਕੀਤਾ। ਗੁਰੂ ਪਿਤਾ ਦੀ ਆਗਿਆ ਨਾਲ ਕਰਤਾਰਪੁਰ ਵਿੱਚ ਮੁਗਲਾਂ ਨਾਲ ਹੋਏ ਯੁੱਧ ਵਿੱਚ ਬਾਲਕ ਤਿਆਗ ਮੱਲ ਨੇ ਹਿੱਸਾ ਲਿਆ ਅਤੇ ਜਿਸ ਮੁਹਾਰਤ ਨਾਲ ਉਹਨਾਂ ਨੇ ਆਪਣੀ ਤਲਵਾਰਬਾਜ਼ੀ ਦੇ ਜੌਹਰ ਦਿਖਾਏ, ਉਸੇ ਤੋਂ ਉਹਨਾਂ ਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਪਿਆ। ਮੁਗਲਾਂ ਨਾਲ ਹੋਏ ਕਰਤਾਰਪੁਰ ਦੇ ਯੁੱਧ ਤੋਂ ਕੁਝ ਸਮਾਂ ਬਾਅਦ ਪਿਤਾ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਜਾ ਕੇ ਨਿਵਾਸ ਕਰਨ ਦਾ ਫੈਸਲਾ ਕੀਤਾ। ਜਿਹੜੀਆਂ ਨੇੜੇ ਹੋਈਆਂ ਰਿਸਰਚਸ ਨੇ, ਖੋਜਾਂ ਨੇ, ਉਹਨਾਂ ਤੋਂ ਪਤਾ ਲੱਗਦਾ ਕਿ ਗੁਰੂ ਤੇਗ ਬਹਾਦਰ ਜੀ ਵੀ, ਹਾਲਾਂਕਿ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਉਹ ਕਰਤਾਰਪੁਰ ਤੋਂ ਸਿੱਧੇ ਬਾਬਾ ਬਕਾਲਾ ਚਲੇ ਗਏ ਸੀ, ਪਰ ਜਿਹੜੀਆਂ ਨਵੀਨ ਖੋਜਾਂ ਨੇ ਉਹਨਾਂ ਦੇ ਅਨੁਸਾਰ ਉਹ ਉੱਥੇ ਗੁਰੂ ਪਿਤਾ ਦੀ ਸੰਗਤ ਦੇ ਵਿੱਚ ਕਾਫੀ ਲੰਮੇ ਸਮੇਂ ਤੱਕ ਰਹੇ। ਅਤੇ ਇਤਿਹਾਸਕਾਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵਰ੍ਹਿਆਂ ਤੱਕ ਬਕਾਲੇ ਭੋਰੇ ਵਿੱਚ ਬੈਠ ਕੇ ਤਪੱਸਿਆ ਕੀਤੀ। ਭੱਟਵਹੀ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੇ 1713 ਬਿਕਰਮੀ ਹਾੜ ਪ੍ਰਵਿਸ਼ਟੇ ਤੀਰਥ ਯਾਤਰਾ 'ਤੇ ਜਾਣ ਦੀ ਤਿਆਰੀ ਕੀਤੀ ਅਤੇ ਨਾਲ ਹੀ ਦੱਸਿਆ ਕਿ ਉਹਨਾਂ ਦੀ ਯਾਤਰਾ ਦੇ ਵਿੱਚ ਕੌਣ ਕੌਣ ਉਹਨਾਂ ਦੇ ਨਾਲ ਗਿਆ। ਇਹ ਸਾਰੀ ਡਿਟੇਲ ਦਿੱਤੀ ਹੋਈ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜਦੋਂ ਗੁਰੂ ਹੋਣ ਦਾ ਦਾਅਵਾ ਕਰਨ ਵਾਲੇ ਪਖੰਡੀ ਬਕਾਲੇ ਵਿਖੇ ਦੰਭ ਦੀਆਂ 22 ਮੰਜੀਆਂ ਲਾ ਕੇ ਝੂਠ ਅਤੇ ਪਖੰਡ ਦਾ ਪ੍ਰਚਾਰ ਕਰ ਰਹੇ ਸੀ ਕਿ ਉਸ ਸਮੇਂ ਗੁਰੂ ਤੇਗ ਬਹਾਦਰ ਯਾਤਰਾਵਾਂ 'ਤੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਕੇ ਆਮ ਸੰਗਤ ਨੂੰ ਸਿੱਖ ਧਰਮ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ। ਅਸਲ ਵਿੱਚ ਕਿਸੇ ਕਿਸਮ ਦੇ ਭੋਰੇ ਵਿੱਚ ਬੈਠ ਕੇ ਤਪ ਕਰਨਾ ਗੁਰੂ ਘਰ ਦੀ ਪਰੰਪਰਾ ਨਹੀਂ ਰਹੀ ਹੈ। ਗੁਰੂ ਦੀ ਸਿੱਖਿਆ ਤਾਂ ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪਹੁੰਚ, ਧਿਆਇਂਦਾ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ ਦਾ ਸੰਦੇਸ਼ ਦਿੰਦੀ ਹੈ। ਗੁਰੂ ਤੇਗ ਬਹਾਦਰ ਦੀ ਬਾਣੀ ਦਾ ਸਦਾਚਾਰਕ ਪੱਖ ਸ੍ਰੀ ਗੁਰੂ ਤੇਗ ਬਹਾਦਰ ਨਾਨਕ ਜੋਤ ਦੀ ਲਗਾਤਾਰਤਾ ਵਿੱਚ 9ਵੀਂ ਨਾਨਕ ਜੋਤ ਹਨ ਅਤੇ ਉਹਨਾਂ ਦੀ ਬਾਣੀ ਵਿੱਚ ਦਿੱਤੇ ਸਦਾਚਾਰਕ ਪੱਖ ਨੂੰ ਵਿਚਾਰਨ ਲਈ ਸਾਨੂੰ ਸਿੱਖ ਨੈਤਿਕ ਸ਼ਾਸਤਰ, ਜਿਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਨੇ ਰੱਖੀ, ਦੇ ਨੇਕੀ ਅਤੇ ਬਦੀ, ਸਹੀ ਅਤੇ ਗਲਤ ਦੇ ਸਿਧਾਂਤ ਨੂੰ ਸਮਝਣਾ ਪਵੇਗਾ, ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪ੍ਰਾਪਤ ਹੈ। ਜਿਸ ਅਨੁਸਾਰ ਮਨੁੱਖ ਨੇ ਆਪਣਾ ਸਦਾਚਾਰਕ ਜੀਵਨ ਉਸਾਰਨਾ ਹੈ। ਸਿੱਖ ਧਰਮ ਵਿੱਚ ਮਨੁੱਖ ਦੇ ਸਾਹਮਣੇ ਸਦਾਚਾਰਕ ਪੈਮਾਨਾ ਸਵੈ ਅਨੁਭਵ ਨੂੰ ਰੱਖਿਆ ਗਿਆ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸਚਿਆਰ ਕਿਹਾ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਗੁਰੂ ਅਮਰਦਾਸ ਜੀ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅਤੇ ਗੁਰੂ ਤੇਗ ਬਹਾਦਰ ਜੀ ਨੇ ਇਸ ਨੂੰ ਖੋਜੈ ਪਦ ਨਿਰਬਾਣਾ, ਮੁਕਤ ਪਦਾਰਥ, ਨਿਰਭੈ ਪਦ, ਜੀਵਨ ਮੁਕਤ ਆਦਿ ਦੀ ਸੰਗਿਆ ਦਿੱਤੀ ਹੈ। ਸੱਤ ਜਾਂ ਸੱਚ ਦਾ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਹੀ ਮਹੱਤਵ ਰੱਖਦਾ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਢ ਵਿੱਚ ਹੀ ਮੂਲ ਮੰਤਰ ਕਹੀ ਜਾਂਦੀ ਬਾਣੀ ਵਿੱਚ ਦੱਸਿਆ ਹੋਇਆ ਹੈ ਕਿ ਸੱਤ ਜਾਂ ਸੱਚ ਇੱਕ ਓਂਕਾਰ ਦਾ ਇੱਕ ਵਿਸ਼ੇਸ਼ ਲੱਛਣ ਹੈ, ਜਿਸ ਦਾ ਅਨੁਭਵ ਜਗਿਆਸੂ ਨੇ ਕਰਨਾ ਹੈ। ਇਹ ਇੱਕ ਨੈਤਿਕ ਗੁਣ ਹੈ ਜਿਸ ਨੂੰ ਸਚਿਆਰ ਨੇ ਆਪਣੇ ਆਚਰਣ ਦਾ ਹਿੱਸਾ ਬਣਾਉਣਾ ਹੈ, ਅਤੇ ਸੱਤ ਜਾਂ ਸੱਚ ਜਗਿਆਸੂ ਦੀ ਰਹਿਨੁਮਾਈ ਕਰਨ ਵਾਲਾ ਸਿਧਾਂਤ ਵੀ ਹੈ, ਜਿਸ 'ਤੇ ਚੱਲ ਕੇ ਜਗਿਆਸੂ ਨੇ ਸਚਿਆਰ ਬਣਨਾ ਹੈ। ਗੁਰੂ ਨਾਨਕ ਸਾਹਿਬ ਨੇ ਪਰਮ ਸੱਤ ਦਾ ਗੁਣ ਹੋਣ ਦੇ ਨਾਤੇ ਸੱਚ ਨੂੰ
ਸਭ ਤੋਂ ਉੱਪਰ ਮੰਨਿਆ ਹੈ, ਪਰੰਤੂ ਸੱਚ ਤੋਂ ਵੀ ਉੱਪਰ ਸੱਚ ਆਚਾਰ ਨੂੰ ਮੰਨਿਆ ਹੈ। ਜਦੋਂ ਸੱਚ ਨੂੰ ਆਤਮਸਾਤ ਕਰਕੇ ਜਗਿਆਸੂ ਆਪਣੇ ਆਚਰਣ ਦਾ ਹਿੱਸਾ ਬਣਾ ਲੈਂਦਾ ਹੈ ਤੇ ਉਸ ਅਨੁਸਾਰ ਕਾਰਜ ਕਰਦਾ ਹੈ। ਸੱਚ ਤੋਂ ਸਭ ਕੁਝ ਨੀਵਾਂ ਹੈ, ਪਰ ਸੱਚ ਤੋਂ ਵੀ ਉੱਤੇ ਸੱਚ ਦੀ ਰਹਿਣੀ ਹੈ। ਸੱਚੋਂ ਰਹਿ ਸਭ ਕੋ ਉੱਪਰ ਸੱਚ ਆਚਾਰ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜੋ ਵੱਖ-ਵੱਖ ਰਾਗਾਂ ਵਿੱਚ ਰਚੀ ਹੋਈ ਹੈ, ਭਾਵੇਂ ਆਕਾਰ ਵਿੱਚ ਬਹੁਤ ਜ਼ਿਆਦਾ ਨਹੀਂ ਹੈ, ਪਰੰਤੂ ਸਦਾਚਾਰਕ ਪੱਖ ਨੂੰ ਵਿਚਾਰਨ ਲਈ ਇਹ ਬਹੁਤ ਡੂੰਘੀ ਅਤੇ ਗੰਭੀਰ ਹੈ, ਜੋ ਨੈਤਿਕਤਾ ਦੇ ਰਸਤੇ 'ਤੇ ਚੱਲਣ ਲਈ ਜਗਿਆਸੂ ਦੀ ਅਗਵਾਈ ਕਰਦੀ ਹੈ। ਸਿੱਖ ਨੈਤਿਕ ਸ਼ਾਸਤਰ ਦੇ ਸਥਾਪਿਤ ਵਿਦਵਾਨ ਸਵਰਗੀ ਡਾਕਟਰ ਅਵਤਾਰ ਸਿੰਘ ਨੇ ਐਥਿਕਸ ਆਫ ਦੀ ਸਿੱਖਸ ਵਿੱਚ ਇਸ਼ਾਰਾ ਕੀਤਾ ਹੈ ਕਿ ਜੋ ਵਿਅਕਤੀ ਉੱਪਰ ਉੱਠਣ ਦੀ ਯੋਜਨਾ ਬਣਾਉਂਦਾ ਹੈ, ਉਹ ਸਵੈ ਅਨੁਸ਼ਾਸਨ ਅਤੇ ਪ੍ਰਤੀਕਿਰਿਆ ਨੂੰ ਪ੍ਰਪੱਕ ਕਰਨ ਲਈ ਉਹਨਾਂ ਪ੍ਰਤੀਬੰਧਾਂ ਦੀ ਪਛਾਣ ਕਰਦਾ ਹੈ ਜੋ ਸਵੈ ਅਨੁਭਵ ਦੇ ਆਦਰਸ਼ ਦੀ ਉੱਨਤੀ ਦੇ ਰਸਤੇ 'ਤੇ ਚੱਲਣ ਲਈ ਜ਼ਰੂਰੀ ਹਨ। ਗੁਰਬਾਣੀ ਦੇ ਸਦਾਚਾਰਕ ਸਿਧਾਂਤ ਅਨੁਸਾਰ ਕੁਝ ਔਗੁਣਾਂ ਦੀ ਪਛਾਣ ਕੀਤੀ ਗਈ ਹੈ ਜੋ ਗੁਰਮੁਖ ਦੇ ਜਾਂ ਸਚਿਆਰ ਦੇ ਸਵੈ ਅਨੁਭਵ ਦੇ ਰਸਤੇ ਵਿੱਚ ਰੁਕਾਵਟ ਪਾਉਣ ਦਾ ਕਾਰਨ ਬਣਦੇ ਹਨ, ਜਿਨ੍ਹਾਂ ਤੋਂ ਬਚਣਾ, ਅਤੇ ਉਹਨਾਂ ਕੁਝ ਗੁਣਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਧਾਰਨ ਕਰਨ ਨਾਲ ਜਗਿਆਸੂ ਆਪਣੇ ਇਸ ਸਦਾਚਾਰਕ ਆਦਰਸ਼ ਦੀ ਪ੍ਰਾਪਤੀ ਦੇ ਰਸਤੇ 'ਤੇ ਚੱਲ ਸਕਦਾ ਹੈ ਤੇ ਸਹਿਜ ਨਾਲ ਹੀ ਆਪਣੇ ਆਦਰਸ਼ ਦੀ ਪ੍ਰਾਪਤੀ ਕਰ ਸਕਦਾ ਹੈ। ਇਸੇ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਆਦਰਸ਼ਿਕ ਸਵੈ ਜਾਂ ਗੁਰਮੁਖ ਅਰਥਾਤ ਸਦਾਚਾਰੀ ਮਨੁੱਖ ਬਣਨ ਦੇ ਰਸਤੇ 'ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਦੀ ਕੀ ਅਗਵਾਈ ਕਰਦੀ ਹੈ। ਸਵੈ ਅਨੁਭਵ ਜਾਂ ਸਦਾਚਾਰਕਤਾ ਦੇ ਰਸਤੇ 'ਤੇ ਚੱਲਣ ਤੋਂ ਵਿਚਲਿਤ ਕਰਨ ਵਾਲੇ ਔਗੁਣਾਂ ਦੀ ਪਛਾਣ ਕਰਦਿਆਂ ਸਿੱਖ ਨੈਤਿਕ ਸ਼ਾਸਤਰ ਵਿੱਚ ਕਾਮ, ਲੋਭ, ਮੋਹ, ਕ੍ਰੋਧ ਅਤੇ ਅਹੰਕਾਰ ਨੂੰ ਅਜਿਹੇ ਵਿਕਾਰ ਮੰਨਿਆ ਗਿਆ ਹੈ ਜੋ ਮਨੁੱਖੀ ਮਨ ਨੂੰ ਆਪਣੇ ਰਸਤੇ ਤੋਂ ਚੱਲਣ ਤੋਂ ਵਿਚਲਿਤ ਕਰਦੇ ਹਨ। ਇਸ ਲਈ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਜ ਚੋਰ ਜਾਂ ਪੰਜ ਦੂਤ ਵੀ ਕਿਹਾ ਹੈ, ਜੋ ਮਨੁੱਖ ਪਾਸੋਂ ਚੰਗਿਆਈ ਖੋਹ ਲੈਂਦੇ ਹਨ ਜਾਂ ਅਜਿਹੇ ਕੰਮ ਕਰਨ ਤੋਂ ਰੋਕਦੇ ਹਨ ਜੋ ਉਸ ਨੂੰ ਇੱਕ ਸਦਾਚਾਰੀ ਮਨੁੱਖ ਬਣਾਉਣ ਵਿੱਚ ਸਹਾਇਤਾ ਕਰ ਸਕਦੇ ਹਨ। ਇਸ ਦੇ ਨਾਲ ਹੀ ਸਿੱਖ ਨੈਤਿਕ ਸ਼ਾਸਤਰ ਵਿੱਚ ਕੁਝ ਨੈਤਿਕ ਗੁਣਾਂ ਦੀ ਪਛਾਣ ਕੀਤੀ ਗਈ ਹੈ ਜੋ ਮਨੁੱਖ ਨੂੰ ਆਪਣੇ ਸਵੈ ਦਾ ਅਨੁਭਵ ਕਰਨ, ਜੋਤ ਸਰੂਪ ਹੋਣ ਜਾਂ ਜਿਸ ਨੂੰ ਗੁਰੂ ਤੇਗ ਬਹਾਦਰ ਨੇ ਮੁਕਤ ਪਦਾਰਥ ਅਤੇ ਅਭੈ ਪਦ ਨਿਰਵਾਣਾ, ਜੀਵਨ ਮੁਕਤ ਜਾਂ ਨਿਰਭੈ ਪਦ ਕਿਹਾ ਹੈ, ਨੂੰ ਪਾਉਣ ਲਈ ਜ਼ਰੂਰੀ ਹਨ ਤੇ ਆਪਣੇ ਰਸਤੇ 'ਤੇ ਟਿਕਾਊ ਰੂਪ ਵਿੱਚ ਚੱਲਣ ਲਈ ਮਦਦ ਕਰਦੇ ਹਨ। ਇਹ ਗੁਣ ਜਾਂ ਸਦਾਚਾਰਕ ਗੁਣ ਸੱਤ, ਸੰਤੋਖ, ਸੰਜਮ, ਗਿਆਨ, ਸਿਆਣਪ, ਦਇਆ, ਹਲੀਮੀ, ਨਿਉ ਅਤੇ ਨਿਰਭਉ ਆਦਿ ਹਨ। ਇਹ ਚੇਤੇ ਰੱਖਣਾ ਬਣਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਅਧਿਆਤਮਕਤਾ ਅਤੇ ਸੰਸਾਰਕਤਾ, ਮੀਰੀ ਅਤੇ ਪੀਰੀ ਦੋਵਾਂ ਖੇਤਰਾਂ ਵਿੱਚ ਪਿਤਾ ਗੁਰੂ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਸੁਜੱਗ ਸਨ। ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇ ਸਥਾਪਿਤ ਕੀਤੇ ਸਮਾਜਿਕ ਧਰਮ ਅਤੇ ਸਦਾਚਾਰ ਦੇ ਫਲਸਫੇ ਨੂੰ ਅੱਗੇ ਲੈ ਕੇ ਗਏ ਅਤੇ ਉਹਨਾਂ ਨੇ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਅਤੇ ਉਹਨਾਂ ਦਾ ਸਦਾਚਾਰਕਤਾ ਦਾ ਸਿਧਾਂਤ ਸਮਾਜ ਨਾਲ ਜੁੜਿਆ ਹੋਇਆ ਹੈ। ਉਹ ਸਪਸ਼ਟ ਕਰਦੇ ਹਨ ਕਿ ਸਵੈ ਅਨੁਭਵ ਲਈ ਜੰਗਲ ਆਦਿਕ ਬੀਆਬਾਨ ਥਾਵਾਂ 'ਤੇ ਜਾ ਕੇ ਲੱਭਣ ਜਾਂ ਤਪੱਸਿਆ ਕਰਨ ਦੀ ਜ਼ਰੂਰਤ ਨਹੀਂ ਹੈ। ਕਾਹੇ ਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ। ਉਹਨਾਂ ਨੇ ਕਰਤਾ ਪੁਰਖ, ਸੰਸਾਰ, ਮਨੁੱਖ ਦੀ ਹੋਣੀ, ਮਨੁੱਖ ਦੇ ਜਨਮ ਲੈਣ ਦਾ ਮਕਸਦ, ਕਰਤਾ ਪੁਰਖ ਦਾ ਸੰਸਾਰ ਅਤੇ ਮਨੁੱਖ ਨਾਲ ਸੰਬੰਧ ਆਦਿ ਧਰਮ ਸ਼ਾਸਤਰ ਦੇ ਵਿਸ਼ਿਆਂ ਨੂੰ ਆਪਣੀ ਬਾਣੀ ਵਿੱਚ ਬਹੁਤ ਗੰਭੀਰਤਾ ਨਾਲ ਪੇਸ਼ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਪਰਮ ਹਸਤੀ ਦੇ ਸੰਕਲਪ ਨੂੰ ਅੱਗੇ ਲੈ ਕੇ ਜਾਂਦਿਆਂ ਦੱਸਦੇ ਹਨ ਕਿ ਕਰਤਾ ਪੁਰਖ ਇੱਕ ਅਦਭੁਤ ਹਸਤੀ ਹੈ ਜਿਸ ਨੇ ਇਸ ਸੰਸਾਰ ਦੀ ਰਚਨਾ ਅਣਗਿਣਤ ਰੰਗਾਂ, ਰੂਪਾਂ ਅਤੇ ਢੰਗਾਂ ਵਿੱਚ ਕੀਤੀ ਹੋਈ ਹੈ ਅਤੇ ਉਸ ਦੀ ਅਚਰਜ ਕਰਨੀ ਦੀ ਥਾਂ ਪਾ ਸਕਣੀ ਬਹੁਤ ਮੁਸ਼ਕਿਲ ਹੈ। ਉਹ ਹਰ ਇੱਕ ਜੀਵ ਦੇ ਅੰਦਰ ਬਸਦਾ ਹੈ, ਉਸ ਨੂੰ ਆਪਣੇ ਅੰਦਰ ਖੋਜਣਾ ਹੈ ਅਤੇ ਉਸ ਦਾ ਅਨੁਭਵ ਆਪਣੇ ਅੰਦਰ ਹੀ ਕਰਨਾ ਹੈ। ਉਸ ਦੀ ਸਰਵ ਵਿਆਪਕਤਾ ਨੂੰ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ। ਉਹ ਮਨੁੱਖ ਦੇ ਅੰਦਰ ਉਸੇ ਤਰ੍ਹਾਂ ਵਿਆਪਕ ਰੂਪ ਵਿੱਚ ਵਸ ਰਿਹਾ ਹੈ ਜਿਵੇਂ ਫੁੱਲ ਵਿੱਚ ਖੁਸ਼ਬੂ ਅਤੇ ਸ਼ੀਸ਼ੇ ਅੰਦਰ ਅਕਸ ਬਸਦਾ ਹੈ। ਪੋਹ ਪਮਾਏ ਮਹਿ ਮੱਧ ਜਿਉਂ ਬਾਸ ਬਸਦਾ ਹੈ, ਮੁਕਰ ਮਾਹੇ ਜੈਸੇ ਛਾਈ। ਉਸ ਦੇ ਅਨੁਭਵ ਦਾ ਰਸਤਾ ਗੁਰੂ ਦੀ ਸਿੱਖਿਆ 'ਤੇ ਚੱਲਦਿਆਂ ਪਤਾ ਲੱਗਦਾ ਹੈ। ਇਹ ਰਸਤਾ ਆਪਾ ਚੀਨਣ ਅਤੇ ਉਸ ਦੇ ਨਾਮ ਦਾ ਸਿਮਰਨ ਕਰਨ ਦਾ ਹੈ। ਆਪਾ ਚੀਨਣ ਤੋਂ ਬਿਨਾਂ ਭਰਮ ਦੀ ਜੰਮੀ ਹੋਈ ਕਾਈ ਲੱਥਦੀ ਨਹੀਂ ਅਤੇ ਨਾਮ ਸਿਮਰਨ ਦਾ ਅਰਥ ਹੈ ਉਸ ਦੇ ਗੁਣਾਂ ਦਾ ਗਾਇਨ ਕਰਨਾ ਅਤੇ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਅਤੇ ਆਪਣੇ ਅਮਲੀ ਜੀਵਨ ਵਿੱਚ ਪ੍ਰਗਟ ਕਰਨਾ। ਗੁਰੂ ਤੇਗ ਬਹਾਦਰ ਸਾਹਿਬ ਨੇ ਦੁਰਲਭ ਦੇ ਪਾਏ ਮਾਨਸ ਕੀ ਅਤੇ ਰਤਨ ਜਨਮ ਕਹਿ ਕੇ ਮਨੁੱਖੀ ਜਨਮ ਦੀ ਉੱਤਮਤਾ ਦਾ ਖੁਲਾਸਾ ਕੀਤਾ ਹੈ ਕਿ ਇਹ ਵਾਹਿਗੁਰੂ ਦੀ ਮਿਹਰ ਸਦਕਾ ਬਹੁਤ ਮੁਸ਼ਕਿਲ ਨਾਲ ਮਿਲਦਾ ਹੈ। ਮਨੁੱਖ ਦਾ ਸੰਸਾਰ 'ਤੇ ਆਉਣ ਦਾ ਮਨੋਰਥ ਆਪਣੇ ਅਸਲੇ ਨਾਲ ਇੱਕ ਸੁਰ ਹੋਣਾ, ਜਿਉਂ ਪਾਣੀ ਸੰਗ ਪਾਣੀ, ਅਤੇ ਆਪਣੇ ਮੂਲ ਤੱਤ ਨੂੰ ਪਛਾਣਨਾ ਹੈ। ਪਰੰਤੂ ਇਸ ਦਾ ਰਸਤਾ ਬਹੁਤ ਔਖਾ ਹੈ ਜਿਸ ਨੂੰ ਗੁਰੂ ਤੇਗ ਬਹਾਦਰ ਨੇ ਕਠਿਨ ਖੇਲ ਕਿਹਾ ਹੈ। ਕਠਿਨ ਇਸ ਲਈ ਨਹੀਂ ਕਿ ਇਸ ਲਈ ਜੰਗਲਾਂ ਜਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਕੇ ਕਠਿਨ ਤਪ ਕਰਨਾ ਪਵੇਗਾ, ਸਰੀਰ ਨੂੰ ਕਸ਼ਟ ਦੇਣੇ ਪੈਣਗੇ।
ਇਹ ਰਸਤਾ ਔਖਾ ਇਸ ਲਈ ਹੈ ਕਿਉਂਕਿ ਇਸ 'ਤੇ ਚੱਲਣ ਲਈ ਮਨੁੱਖ ਨੂੰ ਇੱਕ ਸੰਜਮੀ ਜੀਵਨ ਜਿਉਣਾ ਪੈਂਦਾ ਹੈ ਅਤੇ ਇੱਛਾਵਾਂ ਨੂੰ ਕਾਬੂ ਵਿੱਚ ਰੱਖ ਕੇ ਗੁਰੂ ਦੇ ਦੱਸੇ ਰਸਤੇ 'ਤੇ ਚੱਲਣਾ ਹੈ। ਉਸ ਤੱਕ ਪਹੁੰਚਣ ਦੇ ਰਸਤੇ ਦੀ ਪਛਾਣ ਗੁਰੂ ਦੇ ਸਨਮੁਖ ਹੋਇਆਂ ਹੁੰਦੀ ਹੈ। ਇਹ ਕਠਿਨ ਖੇਲ ਇਸ ਲਈ ਹੈ ਕਿਉਂਕਿ ਮਨੁੱਖ ਨੂੰ ਬਹੁਤ ਕੁਝ ਦਾ ਤਿਆਗ ਕਰਨਾ ਅਤੇ ਆਪਣੀ ਇੱਛਾਵਾਂ ਨੂੰ ਕਾਬੂ ਵਿੱਚ ਰੱਖਣਾ ਪੈਂਦਾ ਹੈ। ਗੁਰੂ ਤੇਗ ਬਹਾਦਰ ਅਨੁਸਾਰ ਆਪਣੇ ਮਨ ਨੂੰ ਪਰਮਾਤਮਾ ਅਨੁਭਵ ਦੇ ਰਸਤੇ 'ਤੇ ਤੋਰਨ ਲਈ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਬੁਰੇ ਬੰਦਿਆਂ ਦੀ ਸੰਗਤ ਆਦਿ ਦਾ ਤਿਆਗ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਮਨੁੱਖ ਨੂੰ ਸੁੱਖ ਅਤੇ ਦੁੱਖ, ਖੁਸ਼ੀ ਅਤੇ ਗਮੀ ਆਦਿ ਸੰਵੇਦਨਾਵਾਂ ਦੇ ਅਹਿਸਾਸ ਤੋਂ ਉੱਤੇ ਉੱਠਣਾ ਪੈਂਦਾ ਹੈ। ਉਸਤਤ ਅਤੇ ਨਿੰਦਿਆ ਦਾ ਤਿਆਗ ਕਰਕੇ ਨਿਰਵਾਣ ਪਦ ਨੂੰ ਖੋਜਣ ਦਾ ਅਭਿਆਸ ਸ਼ੁਰੂ ਕਰਨਾ ਹੁੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਆਦਿ ਅਜਿਹੇ ਵਿਕਾਰ ਹਨ ਜੋ ਮਨੁੱਖ ਦੇ ਅੰਦਰ ਵਸ ਰਹੇ ਉਸ ਕਰਤਾ ਪੁਰਖ ਦੀ ਪਛਾਣ ਨਹੀਂ ਕਰਨ ਦਿੰਦੇ। ਇਹਨਾਂ ਦੇ ਅਧੀਨ ਹੋ ਕੇ ਉਲਾਰ ਮਨ ਬਹੁਤ ਸਾਰੇ ਅਜਿਹੇ ਕਾਰਜ ਕਰ ਬੈਠਦਾ ਹੈ ਜੋ ਸਦਾਚਾਰਕਤਾ ਦੇ ਵਿਪਰੀਤ ਹੁੰਦੇ ਹਨ। ਮਨੁੱਖ ਦੇ ਬੰਧਨ ਦਾ ਇੱਕ ਹੋਰ ਕਾਰਨ ਇਹ ਸੰਸਾਰਕ ਮਾਇਆਵੀ ਮਾਤਾ ਪਿਤਾ, ਭੈਣ ਭਰਾ, ਪਤੀ ਪਤਨੀ, ਧੀਆਂ ਪੁੱਤਰ, ਦੋਸਤ ਆਦਿ ਸਮਾਜਿਕ ਰਿਸ਼ਤੇ ਹਨ ਜਿਨ੍ਹਾਂ ਦੇ ਬੰਧਨ ਵਿੱਚ ਪੈ ਕੇ ਮਨੁੱਖ ਪਰਮਾਤਮਾ ਦੇ ਰਸਤੇ ਦੀ ਪਛਾਣ ਭੁੱਲ ਜਾਂਦਾ ਹੈ। ਮਨੁੱਖੀ ਮਨ ਸੰਵੇਦਨਾਵਾਂ, ਇੱਛਾਵਾਂ ਅਤੇ ਆਕਾਂਖਿਆਵਾਂ ਦਾ ਘਰ ਹੈ ਅਤੇ ਇਹ ਸਾਰੇ ਦਿਮਾਗੀ ਅਮਲਾਂ ਅਤੇ ਮਾਨਸਿਕ ਕਿਰਿਆਵਾਂ ਦਾ ਆਯੋਜਿਤ ਜਾਂ ਵਿਉਂਤਬੱਧ ਸਮੁੱਚ ਹੈ। ਆਮ ਬੋਲੀ ਵਿੱਚ ਕਹਿ ਸਕਦੇ ਹਾਂ ਕਿ ਮਨੁੱਖ ਦੀਆਂ ਦਿਮਾਗੀ ਕਿਰਿਆਵਾਂ ਅਤੇ ਮਾਨਸਿਕ ਕਿਰਿਆਵਾਂ ਆਦਿ ਦਾ ਸਥਾਨ ਮਨ ਹੈ। ਗੁਰਮਤਿ ਅਨੁਸਾਰ ਮਨ ਦਾ ਖਾਸਾ ਜੋਤ ਸਰੂਪ ਹੋਣ ਦੇ ਨਾਲ ਨਾਲ ਹਰ ਤਰ੍ਹਾਂ ਦੀਆਂ ਮਾਨਸਿਕ ਕਿਰਿਆਵਾਂ ਦਾ ਆਸਣ ਹੋਣ ਕਰਕੇ ਇਸ ਦਾ ਸੁਭਾਅ ਬਹੁਤ ਚੰਚਲ ਵੀ ਹੈ। ਗੁਰੂ ਤੇਗ ਬਹਾਦਰ ਮਨ ਦੇ ਸੁਭਾਅ ਦਾ ਜ਼ਿਕਰ ਕਰਦਿਆਂ ਅਗਾਹ ਕਰਦੇ ਹਨ ਕਿ ਇੰਨਾ ਤੇਜ਼ ਅਤੇ ਸ਼ੋਲਾ ਹੈ ਕਿ ਇਸ ਨੂੰ ਪਕੜਨਾ ਜਾਂ ਇਸ ਦੀ ਥਾਂ ਪਾਉਣੀ ਬੜੀ ਔਖੀ ਹੈ। ਇਸ ਸ਼ੋਲੇਪਣ ਦਾ ਕਾਰਨ ਇਸ ਦੇ ਅੰਦਰ ਵਸ ਰਹੀਆਂ ਖਾਹਿਸ਼ਾਂ ਹਨ ਜੋ ਇਸ ਨੂੰ ਭਟਕਣ ਵਿੱਚ ਪਾਈ ਰੱਖਦੀਆਂ ਹਨ। ਦੂਸਰਾ ਜ਼ੋਰਾਵਰ ਪੱਖ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਵਿਕਾਰ ਹਨ ਜੋ ਇਸ ਦੇ ਅੰਦਰ ਹੀ ਵਸਦੇ ਹਨ ਅਤੇ ਇਹ ਮਨੁੱਖ ਕੋਲੋਂ ਗਿਆਨ ਰੂਪੀ ਰਤਨ ਨੂੰ ਖੋਹ ਲੈਂਦੇ ਹਨ। ਇਹਨਾਂ ਦੀ ਤਾਕਤ ਮਨੁੱਖ ਦੀ ਸੁੱਧ ਬੁੱਧ ਭੁਲਾ ਦਿੰਦੀ ਹੈ। ਇਹਨਾਂ ਵਿਕਾਰਾਂ ਵਿੱਚ ਪੈ ਕੇ ਮਨੁੱਖ ਆਪਣੇ ਦੈਵੀ ਅੰਸ਼ ਹੋਣ ਨੂੰ ਭੁੱਲ ਜਾਂਦਾ ਹੈ ਅਤੇ ਸਦਾਚਾਰ ਤੋਂ ਡਿੱਗੇ ਹੋਏ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਲਈ ਇਸ ਨੂੰ ਸਮਝਾਉਣਾ ਪੈਂਦਾ ਹੈ, ਸਹੀ ਰਸਤੇ 'ਤੇ ਤੋਰਨਾ ਪੈਂਦਾ ਹੈ। ਲੋਭ, ਮੋਹ, ਕਾਮ, ਕ੍ਰੋਧ, ਅਹੰਕਾਰ ਆਦਿ ਵਿਕਾਰਾਂ ਅਤੇ ਸੰਸਾਰਕ ਰਿਸ਼ਤਿਆਂ ਵਿੱਚ ਫਸੇ ਹੋਏ ਮਨ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਸ ਦੀ ਉਮਰ ਘਟ ਰਹੀ ਹੈ। ਇਸ ਲਈ ਉਸ ਨੂੰ ਸੁਚੇਤ ਕਰਨਾ ਪੈਂਦਾ ਹੈ। ਲੋਭ ਵਿੱਚ ਆਇਆ ਹੋਇਆ ਮਨ ਕਦੇ ਵੀ ਸਥਿਰ ਨਹੀਂ ਰਹਿੰਦਾ ਅਤੇ ਲੋਭੀ ਮਨ ਇੱਛਾਵਾਂ ਦਾ ਭਰਿਆ ਹੁੰਦਾ ਹੈ ਅਤੇ ਧਨ ਦੌਲਤ ਇਕੱਠੀ ਕਰਨ ਲਈ ਚਾਰੇ ਪਾਸੇ ਦੌੜਦਾ ਹੈ। ਕਈ ਤਰ੍ਹਾਂ ਦੇ ਫਰੇਬ ਕਰਨ ਨਾਲ ਲੋਕਾਂ ਨੂੰ ਠੱਗਦਾ ਹੈ। ਆਪਣੇ ਸਵੈਮਾਨ ਨੂੰ ਗੁਆ ਕੇ ਕੁੱਤੇ ਦੀ ਤਰ੍ਹਾਂ ਦਰ ਦਰ 'ਤੇ ਭੱਜਿਆ ਫਿਰਦਾ ਹੈ। ਲੋਭ ਗਰਸਿਓ ਦਸ ਹੂੰ ਦਿਸਤਾਵਤ, ਆਸਾ ਲਾਗਿਓ ਧਨ ਕੀ। ਮਨ ਨੂੰ ਸਹੀ ਸੇਧ ਵਿੱਚ ਤੋਰਨ ਲਈ ਰਸਤਾ ਗੁਰੂ ਦੀ ਸਿੱਖਿਆ ਤੋਂ ਪਤਾ ਲੱਗਦਾ ਹੈ। ਇਸ ਸਿੱਖਿਆ ਰਾਹੀਂ ਹੀ ਮਨ ਨਾਮ ਸਿਮਰਨ ਵੱਲ ਲੱਗਦਾ ਹੈ ਅਤੇ ਨਾਮ ਸਿਮਰਨ ਦਾ ਅਰਥ ਹੈ ਪਰਮਾਤਮਾ ਗੁਣਾਂ ਦਾ ਗਾਇਨ ਕਰਨਾ ਅਤੇ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ, ਆਪਣੇ ਵਿਅਕਤੀਤਵ ਦਾ ਹਿੱਸਾ ਬਣਾਉਣਾ। ਇਸ ਰਸਤੇ 'ਤੇ ਚੱਲਦਿਆਂ ਮਨ ਨੂੰ ਆਪਣੀ ਅਸਲੀਅਤ ਦਾ ਅਨੁਭਵ ਹੁੰਦਾ ਹੈ ਅਤੇ ਉਹ ਇਹਨਾਂ ਵਿਕਾਰਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦਾ ਹੈ। ਇਸ ਨਿਰਲੇਪ ਅਵਸਥਾ ਵਿੱਚ ਸਥਿਤ ਹੋ ਕੇ ਫਿਰ ਮਨ ਨੂੰ ਦੁੱਖ ਅਤੇ ਸੁੱਖ, ਖੁਸ਼ੀ ਅਤੇ ਗਮੀ ਨਹੀਂ ਪਾਉਂਦੇ। ਇਹਨਾਂ ਵਿਕਾਰਾਂ ਤੋਂ ਮਨ ਨੂੰ ਬਚਾ ਕੇ ਅਜਿਹੀ ਅਵਸਥਾ ਅਖਤਿਆਰ ਕਰਨੀ ਹੁੰਦੀ ਹੈ ਜਿਸ ਵਿੱਚ ਮਨੁੱਖ ਲਈ ਸੋਨਾ ਅਤੇ ਤਾਂਬਾ, ਜ਼ਹਿਰ ਅਤੇ ਅੰਮ੍ਰਿਤ, ਸਵਰਗ ਅਤੇ ਨਰਕ, ਉਸਤਤ ਅਤੇ ਨਿੰਦਿਆ, ਦੋਸਤ ਅਤੇ ਦੁਸ਼ਮਣ ਇੱਕ ਬਰਾਬਰ ਹੋ ਜਾਂਦੇ ਹਨ ਅਤੇ ਉਹ ਵਿਕਾਰਾਂ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਇਹ ਜੀਵਨ ਮੁਕਤ ਦੀ ਅਵਸਥਾ ਹੈ ਜਿਸ ਦਾ ਅਰਥ ਹੈ ਜੀਵਨ ਵਿੱਚ ਰਹਿੰਦਿਆਂ ਹੀ ਬੰਧਨਾਂ ਤੋਂ ਆਜ਼ਾਦ ਹੋ ਜਾਣਾ। ਇਹ ਸਭ ਪਰਮਾਤਮਾ ਦੀ ਮਿਹਰ ਰਾਹੀਂ ਸੰਭਵ ਹੈ ਅਤੇ ਉਸ ਦੀ ਮਿਹਰ ਪ੍ਰਾਪਤ ਕਰਨ ਲਈ ਗੁਰੂ ਦੇ ਰਸਤੇ 'ਤੇ ਚੱਲਦਿਆਂ ਜੀਵਨ ਨੂੰ ਸਫਲ ਬਣਾਉਣਾ ਹੁੰਦਾ ਹੈ। ਸਿੱਖ ਧਰਮ ਚਿੰਤਨ ਅਨੁਸਾਰ ਮਨੁੱਖ ਇਸੇ ਜੀਵਨ ਵਿੱਚ ਹੁੰਦਿਆਂ ਹੀ ਮੁਕਤ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਜੀਵ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋ ਜਾਣਾ ਜਾਂ ਅਭੇਦ ਹੋ ਜਾਣਾ ਕਿਹਾ ਹੈ, ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਕਿਹਾ ਹੈ। ਇਹੀ ਸਚਿਆਰ ਦੀ ਅਵਸਥਾ ਹੈ ਜਿਸ ਨੂੰ ਮਨੁੱਖ ਇੱਕ ਸਦਾਚਾਰਕ ਜੀਵਨ ਨਾ ਸਿਰਫ ਆਪ ਜਿਉਂਦਾ ਹੈ ਬਲਕਿ ਦੂਸਰਿਆਂ ਨੂੰ ਇਸ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਇਸ ਕਿਸਮ ਦੀ ਨਿਰਲੇਪਤਾ ਪ੍ਰਾਪਤ ਮਨੁੱਖ ਅੰਦਰ ਹੀ ਦੂਸਰਿਆਂ ਦਾ ਭਲਾ ਕਰਨ ਲਈ ਉਤਸ਼ਾਹ ਪੈਦਾ ਕਰਦੀ ਹੈ। ਮੋਹ ਅਤੇ ਭਰਮ ਮਨੁੱਖ ਨੂੰ ਨੈਤਿਕਤਾ ਜਾਂ ਸਦਾਚਾਰ ਦੇ ਰਸਤੇ ਤੋਂ ਵਿਚਲਿਤ ਕਰਨ ਦਾ ਵੱਡਾ ਕਾਰਨ ਬਣਦੇ ਹਨ। ਇਹ ਮੋਹ ਸਮਾਜਿਕ ਰਿਸ਼ਤਿਆਂ ਦਾ ਵੀ ਹੋ ਸਕਦਾ ਹੈ ਅਤੇ ਧਨ ਦੌਲਤ ਦਾ ਵੀ। ਗੁਰੂ ਤੇਗ ਬਹਾਦਰ ਦੀ ਬਾਣੀ ਅਨੁਸਾਰ
ਇਸਤਰੀ, ਦੋਸਤ ਮਿੱਤਰ, ਪਰਿਵਾਰ, ਧਨ ਦੌਲਤ ਇਕੱਠੀ ਕਰਨ ਦਾ ਮੋਹ, ਸੰਸਾਰ ਤੇ ਸਰਦਾਰੀ ਕਰਨ ਦੀ ਖਾਹਿਸ਼ ਆਦਿ ਸਭ ਮਨੁੱਖ ਨੂੰ ਸਦਾਚਾਰ ਦੇ ਰਸਤੇ ਤੋਂ ਵਿਚਲਿਤ ਕਰਦੇ ਹਨ। ਇਹਨਾਂ ਵਿੱਚ ਪਾਗਲ ਹੋਇਆ ਮਨ ਕਿਸੇ ਸਿੱਖਿਆ, ਵਿਚਾਰ ਜਾਂ ਉਪਦੇਸ਼ ਨੂੰ ਨਹੀਂ ਸੁਣਦਾ, ਬਲਕਿ ਕਈ ਤਰ੍ਹਾਂ ਨਾਲ ਸੰਸਾਰ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਹੈ। ਗੁਰੂ ਤੇਗ ਬਹਾਦਰ ਅਗਾਹ ਕਰਦੇ ਹਨ ਕਿ ਇਹ ਸਾਰੀਆਂ ਚੀਜ਼ਾਂ ਸਦੀਵੀ ਰਹਿਣ ਵਾਲੀਆਂ ਨਹੀਂ ਹਨ। ਦਾਰਾ, ਮੀਤ, ਪੂਤ, ਰਥ, ਸੰਪਤ, ਧਨ, ਪੂਰਨ ਸਭ ਮਹੀ, ਅਵਰ ਸਗਲ ਮਿਥਿਆ ਇਹ ਜਾਣੋ, ਭਜਨ ਰਾਮ ਕੋ ਸਹੀ। ਇਸ ਲਈ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਮਨ ਨੂੰ ਨੀਂਦ ਵਿੱਚੋਂ ਜਗਾਵੇ, ਕਿਉਂਕਿ ਹਾਲੇ ਵੀ ਸਮਾਂ ਹੈ ਕਿ ਮਨ ਸੰਭਲ ਜਾਵੇ ਤੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਨ ਵਾਲੇ ਰਸਤੇ 'ਤੇ ਤੁਰੇ। ਇਸ ਤਰ੍ਹਾਂ ਕਾਮ ਅਤੇ ਵਾਸ਼ਨਾਵਾਂ ਵਿੱਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਅਜਿਹੇ ਕੰਮ ਕਰਦਾ ਹੈ ਜੋ ਉਸ ਨੂੰ ਨਹੀਂ ਕਰਨੇ ਚਾਹੀਦੇ। ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਮੱਤ ਕਿਹਾ ਹੈ। ਕੁਮੱਤ ਸਿਆਣਪ ਦੇ ਉਲਟ ਹੈ। ਸਿਆਣਪ ਜਾਂ ਗਿਆਨ ਗੁਣ ਹੈ, ਜਦਕਿ ਕੁਮੱਤ ਅਗਿਆਨ ਹੈ ਜੋ ਮਨੁੱਖ ਤੋਂ ਪੁੱਠੇ ਕੰਮ ਕਰਾਉਂਦੀ ਹੈ। ਇੱਥੇ ਵੀ ਗੁਰੂ ਮਨੁੱਖ ਨੂੰ ਉਪਦੇਸ਼ ਕਰਦੇ ਹਨ ਕਿ ਇਹ ਸਭ ਕੁਝ ਸਦੀਵੀ ਰਹਿਣ ਵਾਲਾ ਨਹੀਂ ਹੈ। ਇਸ ਲਈ ਇਹਨਾਂ ਨੂੰ ਛੱਡ ਕੇ ਪਰਮਾਤਮਾ ਦੇ ਗੁਣ ਗਾਇਨ ਕਰਨ ਦੀ ਪ੍ਰੇਰਨਾ ਕੀਤੀ ਹੈ, ਜਿਸ ਰਾਹੀਂ ਠੀਕ ਅਤੇ ਗਲਤ ਦਾ ਗਿਆਨ ਮਿਲਦਾ ਹੈ। ਇੱਥੇ ਗਨਕਾ ਅਤੇ ਚਾਮਲ ਆਦਿ ਦੀਆਂ ਪੁਰਾਣਿਕ ਕਥਾਵਾਂ ਦੀ ਉਦਾਹਰਣ ਰਾਹੀਂ ਸਮਝਾਇਆ ਹੈ ਕਿ ਪਰਮਾਤਮਾ ਦਾ ਸਿਮਰਨ ਕਰਨ ਨਾਲ ਹੀ ਮਨੁੱਖ ਨੂੰ ਆਪਣੇ ਅੰਦਰ ਵਸਦੇ ਪਰਮਾਤਮਾ ਦੀ ਸੋਝੀ ਹੁੰਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਦਿੱਤਾ ਸਦਾਚਾਰਕ ਸਿਧਾਂਤ ਜੀਵਨ ਮੁਕਤੀ 'ਤੇ ਜ਼ੋਰ ਦਿੰਦਾ ਹੈ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਕਤ ਪਦਾਰਥ, ਅਮਰ ਪਦਾਰਥ, ਅਭੈ ਪਦ, ਨਿਰਭੈ ਪਦ ਆਦਿ ਕਿਹਾ ਹੈ। ਕਿਉਂਕਿ ਮਨੁੱਖ ਉਸ ਨਿਰਭੈ ਪਰਮਾਤਮਾ ਵਿੱਚ ਲੀਨ ਹੋ ਕੇ ਹੋਰ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਦੂਸਰਿਆਂ ਦਾ ਹੱਕ ਖੋਹਣ ਨੂੰ ਧਾਰਮਿਕ ਅਹਿਦ ਤੋੜਨਾ ਕਿਹਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਿਸੇ ਦਾ ਹੱਕ ਖੋਹਣ ਦਾ ਸਬੰਧ ਵਿਅਕਤੀਗਤ ਅਤੇ ਸਮਾਜਿਕ ਨਿਆਂ ਨਾਲ ਜੁੜਿਆ ਹੋਇਆ ਹੈ ਅਤੇ ਨਿਆਂ ਦਾ ਸਬੰਧ ਮਨੁੱਖ ਦੇ ਸਦਾਚਾਰ ਨਾਲ ਜੁੜਿਆ ਹੋਇਆ ਹੈ। ਇਸੇ ਵਿਅਕਤੀਗਤ ਅਤੇ ਸਮਾਜਿਕ ਨਿਆਂ ਦੇ ਸੰਦਰਭ ਵਿੱਚ ਹੀ ਗੁਰੂ ਤੇਗ ਬਹਾਦਰ ਫਰਮਾਉਂਦੇ ਹਨ ਕਿ ਗਿਆਨਵਾਨ ਮਨੁੱਖ ਨਾ ਕਿਸੇ ਨੂੰ ਭੈ ਦਿੰਦਾ ਹੈ ਤੇ ਨਾ ਹੀ ਕਿਸੇ ਦੇ ਭੈ ਵਿੱਚ ਆਉਂਦਾ ਹੈ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਵਖਾਨ। ਕਿਸੇ ਨੂੰ ਭੈ ਦੇਣ ਦਾ ਅਰਥ ਹੈ ਕਿਸੇ ਤੇ ਜ਼ੁਲਮ ਕਰਨਾ, ਕਿਸੇ ਦਾ ਹੱਕ ਖੋਹਣਾ। ਕਿਸੇ ਦੇ ਭੈ ਵਿੱਚ ਰਹਿਣਾ ਜਾਂ ਕਿਸੇ ਤੋਂ ਡਰਨ ਦਾ ਅਰਥ ਹੈ ਜ਼ੁਲਮ ਨੂੰ ਸਹਿਣਾ। ਕਿਸੇ ਤੇ ਜ਼ੁਲਮ ਕਰਨਾ, ਕਿਸੇ ਦਾ ਹੱਕ ਖੋਹਣਾ ਵੱਡਾ ਪਾਪ ਹੈ ਅਤੇ ਜ਼ੁਲਮ ਨੂੰ ਸਹਿਣਾ ਵੀ ਓਡਾ ਹੀ ਪਾਪ ਹੈ। ਭੈ ਨਾਲ ਜੁੜੀਆਂ ਇਹ ਦੋਵੇਂ ਹਾਲਤਾਂ ਸਵੈ ਅਨੁਭਵ ਦੇ ਰਸਤੇ ਦਾ ਅੜਿੱਕਾ ਹਨ। ਅਜਿਹੇ ਹੀ ਅਵਸਥਾ ਵਿੱਚ ਫਸਿਆ ਮਨੁੱਖ ਸਦਾਚਾਰ ਦੇ ਸਵੈ ਅਨੁਭਵ ਦੇ ਰਸਤੇ ਤੋਂ ਥਿੜਕ ਜਾਵੇਗਾ। ਸਭ ਤੋਂ ਵੱਡਾ ਭੈ ਮੌਤ ਦਾ ਭੈ ਹੈ, ਪਰੰਤੂ ਜਿਸ ਦੀ ਸੁਰਤ ਪਰਮਾਤਮ ਸੁਰਤ ਨਾਲ ਇਕਸੁਰ ਹੋ ਜਾਂਦੀ ਹੈ, ਉਸ ਦੇ ਮਨ ਵਿੱਚੋਂ ਮੌਤ ਦਾ ਭੈ ਵੀ ਖਤਮ ਹੋ ਜਾਂਦਾ ਹੈ। ਜੋ ਮਨੁੱਖ ਪਰਮਾਤਮ ਭੈ ਵਿੱਚ ਜਿਉਂਦਾ ਹੈ, ਉਸ ਦਾ ਮਨ ਹੋਰ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਹੋ ਜਾਂਦਾ ਹੈ। ਗੁਰੂ ਨਾਨਕ ਅਸਲੀ ਜੋਗੀ ਦੀ ਪਰਿਭਾਸ਼ਾ ਇਸ ਤਰ੍ਹਾਂ ਕਰਦੇ ਹਨ: ਸਤਿਗੁਰ ਸੇਵੇ ਸੋ ਜੋਗੀ ਹੋਏ, ਭੈ ਰਚ ਰਹਿ ਸੋ ਨਿਰਭਉ ਹੋਏ। ਗੁਰੂ ਤੇਗ ਬਹਾਦਰ ਉਸ ਮਨੁੱਖ ਨੂੰ ਅਸਲੀ ਗਿਆਨੀ ਮੰਨਦੇ ਹਨ ਜੋ ਕਿਸੇ ਨੂੰ ਡਰਾਉਂਦਾ ਵੀ ਨਹੀਂ ਤੇ ਨਾ ਹੀ ਕਿਸੇ ਤੋਂ ਡਰਦਾ ਹੈ, ਅਰਥਾਤ ਨਾ ਕਿਸੇ ਨੂੰ ਭੈ ਦਿੰਦਾ ਹੈ ਤੇ ਨਾ ਹੀ ਆਪ ਕਿਸੇ ਦੇ ਭੈ ਵਿੱਚ ਜਿਉਂਦਾ ਹੈ। ਇਸ ਕਿਸਮ ਦੀ ਅਵਸਥਾ ਸੰਸਾਰ ਵੱਲੋਂ ਨਿਰਾਸ਼ਤਾ ਜਾਂ ਉਦਾਸੀਨਤਾ ਜਾਂ ਉਪਰਾਮਤਾ ਵਾਲੀ ਅਵਸਥਾ ਨਹੀਂ ਹੈ। ਇਹ ਨਿਰਲੇਪਤਾ ਵਾਲੀ ਬੁਲੰਦ ਅਵਸਥਾ ਹੈ, ਜਿਸ ਵਿੱਚ ਪਹੁੰਚ ਕੇ ਮਨ ਹਰ ਤਰ੍ਹਾਂ ਦੇ ਬੰਧਨਾਂ ਤੋਂ ਸੁਤੰਤਰ ਹੋ ਕੇ ਜੀਵਨ ਦੇ ਸਾਰੇ ਕਾਰਜ ਕਰਦਾ ਹੈ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਰਲੇਪ ਹੋ ਕੇ ਨਿਭਾਉਂਦਾ ਹੈ। ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਮਨ ਹੀ ਦੂਸਰਿਆਂ ਦੇ ਹੱਕ ਲਈ ਜਾਂ ਮਨੁੱਖੀ ਹੱਕਾਂ ਲਈ, ਸਰਬੱਤ ਦੇ ਭਲੇ ਲਈ ਆਪਣਾ ਜੀਵਨ ਲਗਾ ਸਕਦਾ ਹੈ। ਇਸ ਅਵਸਥਾ ਨੂੰ ਹੀ ਨੌਵੀਂ ਨਾਨਕ ਜੋਤ ਨੇ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ, ਅਤੇ ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੇ ਜਾਨ ਕਿਹਾ ਹੈ। ਇਹ ਅਜਿਹੀ ਅਵਸਥਾ ਦੀ ਸਿਖਰ ਹੈ, ਇਹ ਅਜਿਹੀ ਨੈਤਿਕਤਾ ਦੀ ਸਿਖਰ ਦੀ ਅਵਸਥਾ ਹੈ, ਉਦਾਸ ਦੀ ਅਵਸਥਾ ਹੈ ਜੋ ਸੰਸਾਰ ਵਿੱਚ ਰਹਿੰਦਿਆਂ ਇਸ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪ੍ਰਾਪਤ ਕਰਨੀ ਹੈ, ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਵੱਲੋਂ ਫਰਿਆਦ ਕਰਨ ਤੇ ਔਰੰਗਜ਼ੇਬ ਵੱਲੋਂ ਉਹਨਾਂ ਦਾ ਮੂਲ ਅਧਿਕਾਰ ਖੋਹਣ ਦੇ ਵਿਰੁੱਧ ਸ਼ਹਾਦਤ ਮਨੁੱਖ ਦੇ ਇਸ ਮੌਲਿਕ ਅਧਿਕਾਰ ਦੀ ਰਾਖੀ ਲਈ ਦਿੱਤੀ ਕਿ ਆਪਣੇ ਇਸ਼ਟ ਨੂੰ ਆਪਣੇ ਤਰੀਕੇ ਨਾਲ ਧਿਆਉਣ ਦਾ ਹਰ ਇੱਕ ਮਨੁੱਖ ਦਾ ਬੁਨਿਆਦੀ ਹੱਕ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਧਰਮ ਲਈ ਸ਼ਹਾਦਤ ਹੈ। ਧਰਮ ਦਾ ਇੱਕ ਅਰਥ ਰਾਈਟੀਅਸਨੈਸ ਅਰਥਾਤ ਨਿਆਂ ਵੀ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਿਆਂ ਲਈ ਸ਼ਹਾਦਤ ਹੈ, ਮਨੁੱਖੀ ਹੱਕਾਂ ਦੇ ਘਾਣ ਦੇ ਵਿਰੁੱਧ ਸ਼ਹਾਦਤ ਹੈ। ਅਜਿਹੀ ਸ਼ਹਾਦਤ ਸਵੈ ਅਨੁਭਵੀ ਹਸਤੀ ਹੀ ਦੇ ਸਕਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਅਤੇ ਬਾਣੀ ਸਵੈ ਅਨੁਭਵ ਦੇ ਰਸਤੇ 'ਤੇ ਚੱਲਣ ਲਈ ਪ੍ਰੇਰਨਾ ਸਰੋਤ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।